ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹੇ ਪ੍ਰਾਨਨਾਥ ਗੋਬਿੰਦੈ, ਕਿਰਪਾ ਨਿਧਾਨ ਜਗਤ ਗੁਰੂ। ਹੇ ਸੰਸਾਰ ਤਾਪ ਹਰਨੈ, ਕਰੁਣਾ ਮੈਂ ਸਭ ਦੁਖ ਹਰੋ। ਹੇ ਸਰਣ ਜੋਗ ਦਿਆਲੈ, ਦੀਨਾ ਨਾਥ ਮਇਆ ਕਰੋ। ਸਰੀਰ ਸਵਸਤ ਖੀਨ ਸਮੈ, ਨਾਨਕ ਸਿਮਰੰਤ ਰਾਮ ਨਾਮ ਦਮੋਦਰੈ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਾਰਾ ਜਹੂਰ, ਸਰਬ ਕਲਾ ਭਰਪੂਰ। ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾ ਕਮਲਾਂ ਵਿਖੇ ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਹਾਜ਼ਰੀਨ, ਗੁਰੂ ਪਿਆਰ ਵਾਲੀਆਂ ਸਰਬੱਤ ਸੰਗਤਾਂ, ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਵਿੱਚ ਜੁੜ ਕੇ ਆਨੰਦ ਪ੍ਰਾਪਤ ਕਰ ਰਹੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅਮੋਲਕ ਬਚਨ ਹਨ। ਇਹ ਜਿਹੜਾ ਸਮਾਂ ਹੈ ਇਹ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਮਾਈ ਚਰਨ ਗੁਰ ਮੀਠੇ, ਵੱਡੇ ਭਾਗ ਦੇਵੈ ਪਰਮੇਸ਼ਰ, ਕੋਟ ਫਲਾਂ ਦਰਸ਼ਨ ਗੁਰ ਡਿਠੇ। ਸੋ ਇਸ ਸਮੇਂ ਤੋਂ ਆਪਾਂ ਲਾਭ ਪ੍ਰਾਪਤ ਕਰੀਏ ਗੁਰਬਾਣੀ ਦੀ ਵਿਚਾਰ ਨਾਲ ਜੁੜ ਕੇ। ਸਾਧ ਸੰਗਤ ਜੀਓ, ਅਸੀਸ ਬਖਸ਼ਣੀ ਸਤਿਗੁਰੂ ਜੀ ਮੈਂ ਰਾਮਤ ਕਰਨ ਆਪ ਵਿੱਚ ਵਰਤ ਕੇ ਭੈ ਭਾਵਨੀ ਦੇ ਵਿੱਚ ਰੱਖ ਕੇ ਕਥਾ ਵਿਚਾਰ ਦੀ ਸੇਵਾ ਆਪ ਹੀ ਲੈ ਲੈਣ ਔਰ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਜੋ ਮਹਾਨ ਭਾਵ ਅਰਥ ਹੈ ਉਹ ਸਾਡੇ ਸਾਰਿਆਂ ਦੇ ਮਨਾਂ ਵਿੱਚ ਵਸ ਜਾਵੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਸਾਨੂੰ ਉਪਦੇਸ਼ ਬਖਸ਼ਦੇ ਹਨ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਭੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮੱਥਾ। ਸੋ ਆਓ ਸਾਧ ਸੰਗਤ, ਅਸੀਸ ਬਖਸ਼ੋ, ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ। ਇੱਕ ਦਫਾ ਪਿਆਰ ਨਾਲ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਇੱਕ ਮਨੁੱਖ ਦੀ ਇੱਛਾ ਹੈ ਸੁਖੀ ਹੋਣ ਦੀ। ਹਰ ਇੱਕ ਮਨੁੱਖ ਚਾਹੁੰਦਾ ਮੈਨੂੰ ਸੁਖ ਪ੍ਰਾਪਤ ਹੋਵੇ। ਕੀ ਮਨੁੱਖ ਦੀ ਇਹ ਇੱਛਾ ਗਲਤ ਹੈ? ਕਿ ਮਨੁੱਖ ਨੂੰ ਸੁਖ ਦੀ ਇੱਛਾ ਨਹੀਂ ਰੱਖਣੀ ਚਾਹੀਦੀ? ਕਈ ਵਾਰ ਆਪਾਂ ਸੁਣਦੇ ਹਾਂ, ਕਈ ਪ੍ਰਚਾਰਕ ਵੀਰ ਵੀ ਕਹਿ ਦਿੰਦੇ ਨੇ ਵੀ ਆਪਾਂ ਨੂੰ ਇਸ ਤਰ੍ਹਾਂ ਦੀਆਂ ਮੰਗਾਂ ਨਹੀਂ ਰੱਖਣੀਆਂ ਚਾਹੀਦੀਆਂ।
ਪਰ ਗੁਰਮੁਖੋ ਸਤਿਗੁਰੂ ਜੀ ਕਹਿੰਦੇ ਸੁੱਖ ਦੀ ਮੰਗ, ਆਨੰਦ ਦੀ ਮੰਗ ਜਾਂ ਕੋਈ ਵੀ ਜਿਹੜੀ ਦਾਤ ਆਪਾਂ ਮੰਗਦੇ ਹਾਂ ਗੁਰੂ ਕੋਲੋਂ ਮੰਗਣੀ ਹੈ। ਸੁੱਖ ਨੂੰ ਮੰਗਣਾ ਹੈ। ਸੁੱਖ ਦੀ ਮੰਗ ਹੀ ਸਾਡੇ ਮਨ ਵਿੱਚ ਪੈਦਾ ਕਿਉਂ ਹੁੰਦੀ ਹੈ? ਕਿਉਂ ਇਹ ਮੰਗ ਪੈਦਾ ਹੁੰਦੀ ਹੈ? ਜਦੋਂ ਆਪਾਂ ਗੁਰਬਾਣੀ ਨੂੰ ਗਹਿਰਾਈ ਨਾਲ ਵਿਚਾਰੀਏ, ਮਨੁੱਖ ਸੁੱਖ ਸਰੂਪ ਪਰਮਾਤਮਾ ਤੋਂ ਆਇਆ ਹੈ। ਆਪਾਂ ਉਸ ਸੁੱਖਾਂ ਦੇ ਸਮੁੰਦਰ ਤੋਂ ਹੀ ਪੈਦਾ ਹੋਏ ਹਾਂ ਤੇ ਇਸ ਕਰਕੇ ਸਾਡੇ ਅੰਦਰ ਇਹ ਮੰਗ ਪੈਦਾ ਹੋਣੀ, ਮੰਗ ਉੱਠਣੀ ਜਾਇਜ਼ ਹੈ। ਪਰ ਸੁੱਖ ਸਾਨੂੰ ਪ੍ਰਾਪਤ ਕਿਵੇਂ ਹੋਵੇਗਾ? ਕਿਉਂਕਿ ਸੁੱਖ ਨੂੰ ਪ੍ਰਾਪਤ ਕਰਨ ਦੀਆਂ ਦੋ ਵਿਧੀਆਂ ਨੇ। ਇੱਕ ਹੈ ਆਪਣੀ ਮਨ ਦੀ ਮੱਤ ਦੇ ਨਾਲ ਚੱਲਣਾ, ਇੱਕ ਹੈ ਗੁਰੂ ਦੀ ਮੱਤ ਨਾਲ ਚੱਲਣਾ। ਜਿਵੇਂ ਦੇਖੋ, ਹਰ ਇੱਕ ਮੁਲਕ ਦੇ ਵਿੱਚ ਨਾ ਉੱਥੋਂ ਦਾ ਕਾਨੂੰਨ ਹੈ, ਮਰਿਆਦਾ ਹੈ ਨਾ। ਇੱਕ ਮਰਿਆਦਾ ਵਿੱਚ ਚੱਲ ਕੇ ਆਪਾਂ ਕਿਸੇ ਵੀ ਮੁਲਕ ਵਿੱਚ ਰਹਿ ਕੇ ਉੱਥੋਂ ਦੀਆਂ ਸਹੂਲਤਾਂ ਲੈ ਕੇ ਆਪਣੇ ਜੀਵਨ ਵਿੱਚ ਸੁੱਖ ਪ੍ਰਾਪਤ ਕਰ ਸਕਦੇ ਹਾਂ। ਇੱਕ ਹੈ ਮਰਿਆਦਾ ਤੋਂ ਬਾਹਰ ਜਾ ਕੇ। ਮਰਿਆਦਾ ਤੋਂ ਬਾਹਰ ਜਾਵਾਂਗੇ ਦੁੱਖ ਮਿਲੇਗਾ, ਕਿਉਂਕਿ ਸਾਰਾ ਜਿਹੜਾ ਸੰਸਾਰ ਹੈ ਉਹ ਵਾਹਿਗੁਰੂ ਦੀ ਬਣਾਈ ਹੋਈ ਮਰਿਆਦਾ ਵਿੱਚ ਚੱਲ ਰਿਹਾ ਹੈ। ਸੰਸਾਰ ਦੇ ਵਿੱਚ ਵੀ ਉਹ ਚੀਜ਼ ਲਾਗੂ ਹੈ। ਆਪਾਂ ਕਿਸੇ ਵੀ ਮੁਲਕ ਹੋਰ ਵਿੱਚ ਵੀ ਜਾਈਏ, ਜੇ ਆਪਾਂ ਉੱਥੋਂ ਦੀ ਮਰਿਆਦਾ ਨੂੰ, ਕਾਨੂੰਨ ਨੂੰ ਨਹੀਂ ਮੰਨਾਂਗੇ, ਦੁਖੀ ਹੋਵਾਂਗੇ। ਉਹ ਚੁੱਕ ਕੇ ਜੇਲ੍ਹ ਵਿੱਚ ਬੰਦ ਕਰ ਦੇਣਗੇ ਜਾਂ ਹੋਰ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਪੈਦਾ ਹੋਣਗੀਆਂ। ਤਾਂ ਸੁੱਖ ਲੈਣਾ ਹੈ, ਪਾਤਸ਼ਾਹ ਕਹਿੰਦੇ ਤੈਨੂੰ ਮਰਿਆਦਾ ਦੇ ਵਿੱਚ ਆਉਣਾ ਪਵੇਗਾ। ਜਦੋਂ ਤੱਕ ਮਰਿਆਦਾ ਵਿੱਚ ਨਹੀਂ ਆਉਂਦਾ, ਸੁੱਖ ਦੀ ਮੰਗ ਤਾਂ ਕਰ ਰਿਹਾ ਹੈ ਵੀ ਮੈਨੂੰ ਸੁੱਖ ਮਿਲੇ, ਪਰ ਮਰਿਆਦਾ ਨੂੰ ਨਹੀਂ ਮੰਨ ਰਿਹਾ। ਸਾਡੇ ਸਰੀਰ ਦੀ ਮਰਿਆਦਾ ਹੈ, ਆਪਾਂ ਇਸ ਸਰੀਰ ਤੋਂ ਵੀ ਸੁੱਖ ਲੈਣਾ ਨਾ, ਤਾਂ ਉਹ ਮਰਿਆਦਾ ਮੰਨਣੀ ਪਏਗੀ। ਅੱਜ ਆਪਾਂ ਵੇਖਦੇ ਹਾਂ ਹਰ ਇੱਕ ਮਨੁੱਖ ਦੁਖੀ ਹੋ ਰਿਹਾ ਹੈ, ਰੋਗੀ ਹੋ ਰਿਹਾ, ਕਾਰਨ ਸਰੀਰ ਦੀ ਮਰਿਆਦਾ ਨੂੰ ਭੰਗ ਕਰ ਦਿੱਤਾ ਗਿਆ। ਵਾਹਿਗੁਰੂ ਨੇ ਮਰਿਆਦਾ ਬਣਾਈ ਸਰੀਰ ਦੇ ਸੌਣ ਦੀ, ਜਾਗਣ ਦੀ, ਕਿਰਿਆ ਕਰਨ ਦੀ। ਨਾ ਸਾਡੀ ਸੌਣ ਦੀ ਮਰਿਆਦਾ ਠੀਕ ਰਹੀ ਹੈ। ਜਦੋਂ ਸੌਣਾ ਹੀ ਠੀਕ ਨਹੀਂ, ਫਿਰ ਜਾਗਣ ਦੀ ਮਰਿਆਦਾ ਕਿੱਥੋਂ ਸਹੀ ਹੋਵੇਗੀ? ਜੇਕਰ ਆਪਾਂ ਇਸ ਸਰੀਰ ਤੋਂ ਸੁੱਖ ਲੈਣਾ ਹੈ ਤਾਂ ਇਹਦੀ ਵੀ ਮਰਿਆਦਾ ਨੂੰ ਫੋਲੋ ਕਰਨਾ ਪਵੇਗਾ। ਜੇ ਆਪਾਂ ਸੁੱਖ ਸਰੂਪ ਪਰਮਾਤਮਾ ਕੋਲੋਂ ਸੁੱਖ ਮੰਗਦੇ ਹਾਂ, ਗੁਰੂ ਕੋਲੋਂ ਸੁੱਖ ਮੰਗਦੇ ਹਾਂ, ਤਾਂ ਗੁਰੂ ਦੀ ਮਰਿਆਦਾ ਨੂੰ ਮੰਨਣਾ ਪਵੇਗਾ। ਸਰੀਰ ਦੀ ਮਰਿਆਦਾ ਨੂੰ ਭੰਗ ਕਰਾਂਗੇ, ਸਰੀਰ ਤੋਂ ਦੁੱਖ ਪੈਦਾ ਹੋਵੇਗਾ, ਰੋਗ ਪੈਦਾ ਹੋਵੇਗਾ, ਕਲੇਸ਼ ਪੈਦਾ ਹੋਵੇਗਾ ਤੇ ਜੀਵ, ਅੱਜ ਆਪਾਂ ਵੇਖਦੇ ਹਾਂ, ਭਾਵੇਂ ਪੁਰਾਤਨ ਸਮੇਂ ਨਾਲੋਂ ਅੱਜ ਸਾਡੇ ਕੋਲ ਸੁੱਖਾਂ ਦੀਆਂ ਕਿੰਨੀਆਂ ਸਹੂਲਤਾਂ ਨੇ, ਪਰ ਫਿਰ ਵੀ ਮਨੁੱਖ ਅੱਜ ਜੇ ਦੁਖੀ ਹੈ ਸਭ ਨਾਲੋਂ ਜ਼ਿਆਦਾ, ਤਾਂ ਉਹਦਾ ਕਾਰਨ ਮਰਿਆਦਾ ਨੂੰ ਭੰਗ ਕਰ ਦਿੱਤਾ, ਮਰਿਆਦਾ ਨੂੰ ਤੋੜ ਦਿੱਤਾ। ਉਹ ਕਿਸੇ ਵੀ ਤਰ੍ਹਾਂ ਦੀ ਮਰਿਆਦਾ ਹੈ। ਜਦੋਂ ਆਪਾਂ ਹੁਕਮ ਦੇ ਵਿੱਚ ਚੱਲਾਂਗੇ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਇਹ ਬਚਨ ਆਖੇ ਨੇ। ਪਾਤਸ਼ਾਹ ਫਰਮਾਨ ਕਰਦੇ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਤੇਰੇ ਨਾਲ ਲਿਖਿਆ ਹੋਇਆ ਆਇਆ ਹੈ। ਵਾ ਆਦ ਤੋਂ ਹੀ ਜਦੋਂ ਦੀ ਸ੍ਰਿਸ਼ਟੀ ਚੱਲੀ ਹੈ, ਉਦੋਂ ਦੀ ਇਹ ਮਰਿਆਦਾ ਲਿਖੀ ਗਈ ਕਿ ਹੁਕਮ ਦੇ ਵਿੱਚ ਚੱਲੋਗੇ ਤੇ ਸੁੱਖ ਮਿਲੇਗਾ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਨਾਲ ਲਿਖਿਆ ਹੋਇਆ ਮਰਿਆਦਾ ਆਈ ਸਾਡੇ। ਜੇ ਮਰਿਆਦਾ ਨੂੰ ਭੰਗ ਕਰਾਂਗੇ, ਤੋੜਾਂਗੇ, ਦੁਖੀ ਹੋਵਾਂਗੇ,
ਅੱਜ ਵੇਖੋ ਮਨੁੱਖ ਕਿੰਨਾ ਡਿਪਰੈਸ਼ਨ ਵਿੱਚ ਜਾ ਚੁੱਕਾ ਹੈ। ਪਹਿਲਾਂ ਕਦੇ ਇੰਨੇ ਕੇਸ ਨਹੀਂ ਹੁੰਦੇ ਸਨ। ਤੋ ਅਸੀਂ ਜਿਹੜੀ ਮਰਿਆਦਾ ਹੈ ਉਹਨੂੰ ਭੰਗ ਕੀਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ੍ਰੀ ਰਾਗ ਦੇ ਵਿੱਚ ਪਾਵਨ ਬਚਨ ਆਉਂਦੇ ਨੇ, ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿਸ ਉੱਤੇ ਤਨ ਪੀੜੀ ਹੈ ਮਨ ਮੈਂ ਚੱਲੇ ਵਿਕਾਰ। ਉੱਥੇ ਮਹਾਰਾਜ ਜੀ ਨੇ ਸਰੀਰ ਦੀ ਸਾਰੀ ਮਰਿਆਦਾ ਦੱਸੀ ਹੈ, ਖਾਣ ਬਾਰੇ ਵੀ, ਬੋਲਣ ਬਾਰੇ ਵੀ। ਤਾਂ ਗੁਰਮੁਖੋ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਮਰਿਆਦਾ ਵਿਗੜੀ ਕਿਉਂ? ਕਿਉਂਕਿ ਸਾਡਾ ਮਨ ਵਿਗੜ ਗਿਆ, ਮਨ ਵਿਕਾਰੀ ਹੋ ਗਿਆ, ਮਨ ਦਾ ਵਿਵਹਾਰ ਠੀਕ ਨਹੀਂ ਰਿਹਾ। ਜਦੋਂ ਮਨ ਦਾ ਵਿਵਹਾਰ ਠੀਕ ਨਾ ਰਹੇ, ਤਨ ਦੀ ਮਰਿਆਦਾ ਵੀ ਵਿਗੜ ਜਾਂਦੀ ਹੈ। ਕਿਉਂਕਿ ਮਨ ਇਸ ਸਰੀਰ ਰੂਪੀ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਹੈ। ਮਨ ਇਸ ਸਰੀਰ ਰੂਪੀ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਹੈ। ਜੇਕਰ ਡਰਾਈਵਰ ਨਸ਼ਾ ਕਰਨ ਲੱਗ ਜਾਵੇ, ਡਰਾਈਵਰ ਉਨੀਂਦਰਾ ਹੋਵੇ ਜਾਂ ਲਾਪਰਵਾਹੀ ਵਰਤੇ, ਕਿੰਨੀ ਵੀ ਕੀਮਤੀ ਗੱਡੀ ਹੋਵੇ ਉਸ ਨੂੰ ਉਹ ਭੰਨ ਦਿੰਦਾ ਹੈ, ਉਸ ਨੂੰ ਉਹ ਜਿਹੜਾ ਨੁਕਸਾਨ ਪਹੁੰਚਾ ਦਿੰਦਾ ਹੈ। ਆਪਾਂ ਜਦੋਂ ਆਪਣੀ ਕੋਈ ਨੌਕਰ ਰੱਖਦੇ ਹਾਂ ਜਾਂ ਕੋਈ ਡਰਾਈਵਰ ਆਪਾਂ ਗੱਡੀ 'ਤੇ ਰੱਖਦੇ ਹਾਂ, ਆਪਾਂ ਉਹਦੀ 100 ਤਰ੍ਹਾਂ ਸਵੈ ਪੜਚਾਲ ਕਰਦੇ ਹਾਂ ਵੀ ਇਹਦਾ ਵਿਵਹਾਰ ਕਿਸ ਤਰ੍ਹਾਂ ਦਾ ਹੈ। ਆਪਾਂ ਆਪਣੇ ਘਰ ਵਿੱਚ ਨੌਕਰ ਰੱਖਿਆ ਜਾਂ ਕੋਈ ਗੱਡੀ ਚਲਾਉਣ ਵਾਸਤੇ ਡਰਾਈਵਰ ਰੱਖਿਆ, ਆਪਾਂ ਉਹਦੇ 'ਤੇ ਨਿਗਾਹ ਰੱਖਦੇ ਹਾਂ ਵੀ ਇਹ ਕਿੱਥੇ ਬਹਿੰਦਾ, ਕੀ ਕਰਦਾ, ਇਹਦਾ ਬੋਲਣ ਦਾ ਤਰੀਕਾ ਕੀ ਹੈ, ਇਹਦਾ ਕੰਮ ਕਰਨ ਦਾ ਤਰੀਕਾ ਕੀ ਹੈ। ਸੁਚੇਤ ਰਹਿੰਦੇ ਹਾਂ ਵੀ ਸਾਨੂੰ ਕਿਤੇ ਨੁਕਸਾਨ ਨਾ ਪਹੁੰਚਾਵੇ। ਆਪਾਂ ਦੇਖਦੇ ਹਾਂ, ਸੁਣਦੇ ਹਾਂ ਖਬਰਾਂ ਵਿੱਚ, ਜਿੱਥੇ ਵੀ ਕਿਤੇ ਕਿਸੇ ਮਨੁੱਖ ਨੇ ਆਪਣੇ ਨੌਕਰ 'ਤੇ ਜਾਂ ਕਿਸੇ ਵੀ ਬੰਦੇ 'ਤੇ ਜਦੋਂ ਨਿਗਾਹ ਨਾ ਰੱਖੀ, ਉਹ ਜਿਹੜਾ ਹੈ ਨੌਕਰ ਘਰ ਦੇ ਮਾਲਕਾਂ ਨੂੰ ਮਾਰ ਕੇ ਜਾਨੋਂ ਘਰ ਲੁੱਟ ਕੇ ਲੈ ਜਾਂਦਾ ਹੈ। ਕਿਉਂਕਿ ਉਹਦੇ 'ਤੇ ਨਿਗਾਹ ਰੱਖਣੀ ਛੱਡ ਦਿੱਤੀ, ਭਰੋਸਾ ਬਹੁਤ ਕਰ ਲਿਆ ਵੀ ਹੁਣ ਇਹ ਤਾਂ ਸਾਡਾ ਆਪਣਾ ਹੀ ਬਣ ਗਿਆ, ਸਾਨੂੰ ਨੁਕਸਾਨ ਨਹੀਂ ਪਹੁੰਚਾਵੇਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਬਚਨ ਨੇ, ਮਨ ਵੀ ਕਹਿੰਦਾ ਮੇਰੇ 'ਤੇ ਭਰੋਸਾ ਕਰ, ਮੈਂ ਹੁਣ ਕਦੇ ਮਾੜੇ ਪਾਸੇ ਨਹੀਂ ਜਾਵਾਂਗਾ, ਤੂੰ ਮੇਰੇ 'ਤੇ ਭਰੋਸਾ ਕਰ। ਜਿਹੜਾ ਬੰਦਾ ਮਨ 'ਤੇ ਭਰੋਸਾ ਕਰ ਲੇਗਾ ਨਾ, ਇਹ ਮਨ ਇਹਨੂੰ ਫਿਰ ਨੁਕਸਾਨ ਪਹੁੰਚਾਵੇਗਾ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰ ਕਾ ਪੈਖਰ ਤੋ ਛੁਟੈ ਜੋ ਉੱਪਰ ਲਾਦਾ। ਜਿਵੇਂ ਖੋਤੇ ਨੂੰ, ਗਧੇ ਨੂੰ ਸਿਆਣਾ ਘੁਮਿਆਰ ਉਦੋਂ ਹੀ ਰੱਸਾ ਖੋਲ੍ਹਦਾ, ਪੈਰਾਂ ਨੂੰ ਉਹਦੇ ਨਾਲ ਰੱਸਾ ਪਾ ਕੇ ਨਾ ਜਦੋਂ ਭਾਰ ਲੱਦਦਾ ਨਾ, ਤਾਂ ਉਹਦੇ ਪੈਰਾਂ ਨੂੰ ਰੱਸਾ ਪਾਇਆ, ਉਹਨੂੰ ਪੈਖਰ ਕਹਿੰਦੇ ਨੇ। ਅਤੇ ਭਾਰ ਲੱਦ ਕੇ ਫਿਰ ਰੱਸਾ ਖੋਲ੍ਹਦਾ ਹੈ, ਫਿਰ ਉਹ ਖੋਤਾ, ਫਿਰ ਉਹ ਗਧਾ ਖਰਾਬ ਨਹੀਂ ਕਰਦਾ, ਨਹੀਂ ਤੇ ਉਹ ਦੁਲੱਤੇ ਮਾਰਦਾ ਹੈ, ਭੱਜ ਜਾਂਦਾ ਹੈ। ਇਸੇ ਤਰ੍ਹਾਂ ਸਾਡਾ ਇਹ ਮਨ ਹੈ। ਜੇਕਰ ਆਪਾਂ ਇਹਦੇ ਉੱਪਰ ਭਾਰ ਨਾ ਪਾਇਆ, ਮਰਿਆਦਾ ਦਾ ਰੱਸਾ ਖੋਲ੍ਹ ਦਿੱਤਾ ਪਹਿਲਾਂ ਹੀ, ਗੁਰੂ ਦੀ ਮਰਿਆਦਾ ਦੀ ਕੀ ਲੋੜ ਅੱਜ? ਕਿਉਂਕਿ ਕਹਿੰਦੇ ਨੇ ਕੀ ਲੋੜ ਹੈ ਅੰਮ੍ਰਿਤ ਛਕਣ ਦਾ ਵਾਸਤੇ ਜੀ, ਕੇਸ ਰੱਖਣ ਦੀ ਕੀ ਲੋੜ ਹੈ, ਬਾਣਾ ਪਾਉਣ ਦੀ ਕੀ ਲੋੜ ਹੈ। ਕਿਉਂਕਿ ਜਦੋਂ ਆਪਾਂ ਕਈ ਵਾਰ ਦੇਖਦੇ ਹਾਂ, ਸਾਡਾ ਤਾਂ ਗੁਰੂ ਘਰ ਆਉਣ ਦੀ ਮਰਿਆਦਾ ਵੀ ਠੀਕ ਨਹੀਂ ਰਹੀ। ਮਾਫ਼ ਕਰਨਾ ਸਾਧ ਸੰਗਤ, ਬੜੀਆਂ ਸੰਗਤਾਂ ਅਦਬ ਸਤਿਕਾਰ ਵਾਲੀਆਂ ਹਨ, ਪਰ ਕਈ ਐਸੇ ਵੀ ਸਰੀਰ ਹੁੰਦੇ ਨੇ ਜਿਨ੍ਹਾਂ ਨੂੰ ਗੁਰੂ ਘਰ ਆਉਣ ਦੀ ਮਰਿਆਦਾ ਦਾ ਵੀ ਪਤਾ ਨਹੀਂ ਵੀ ਕੱਪੜੇ ਕਿਸ ਤਰ੍ਹਾਂ ਦੇ ਪਾ ਕੇ ਚੱਲੇ ਹਾਂ, ਕਿਸ ਤਰ੍ਹਾਂ ਦੇ ਮੈਂ ਬਸਤਰ ਪਾ ਕੇ ਚੱਲਿਆ ਗੁਰਦੁਆਰੇ। ਕਿਉਂਕਿ ਜਿੱਥੇ ਉਹਦਾ ਆਪਣਾ ਮਨ ਵਿਕਾਰੀ ਹੋਇਆ ਹੈ, ਉਹ ਸਾਧ ਸੰਗਤ ਦੂਜੀਆਂ ਸੰਗਤਾਂ ਦੇ ਮਨ 'ਤੇ ਵੀ ਉਹਦਾ ਅਸਰ ਹੁੰਦਾ ਹੈ। ਕਿਉਂਕਿ ਜੋ ਆਪਾਂ ਵੇਖਦੇ ਹਾਂ, ਸੁਣਦੇ ਹਾਂ, ਬੋਲਦੇ ਹਾਂ, ਉਹਦਾ ਸਾਰਿਆਂ ਦੇ ਮਨ 'ਤੇ ਅਸਰ ਹੁੰਦਾ। ਜੋ ਵੀ ਚੀਜ਼ ਆਪਾਂ ਵੇਖਾਂਗੇ ਉਹਦਾ ਸਾਡੇ ਮਨ 'ਤੇ ਅਸਰ ਹੁੰਦਾ ਹੈ। ਅਤੇ ਜਦੋਂ ਆਪਾਂ ਕਿਸੇ ਨੂੰ ਐਸੇ ਲਿਬਾਸ ਵਿੱਚ ਵੇਖਦੇ ਹਾਂ, ਸਾਡੇ ਮਨ ਵਿੱਚ ਵੀ ਵਿਕਾਰ ਪੈਦਾ ਹੋਣਾ ਕੁਦਰਤੀ ਗੱਲ ਹੈ।
क्योंकि मन ऐसा खोटा है, ਇਹਦਾ ਕੋਈ ਪਤਾ ਨਹੀਂ ਇਹਨੇ ਕਿੱਥੇ ਛਿੜਕ ਜਾਣਾ ਹੈ। ਬਾਣੀ ਪੜ੍ਹਦੇ ਆ ਨਾ ਆਪਾਂ, ਬਾਣੀ ਪੜ੍ਹਦੇ ਆ ਵੀ ਮਨ ਵਿੱਚ ਵੇਖੋ ਮਨ ਕਿਤੇ ਦੀ ਕਿਤੇ ਚਲਾ ਜਾਂਦਾ ਹੈ, ਕਿੰਨੇ ਮਾੜੇ ਵਿਕਾਰ ਇਹਦੇ ਵਿੱਚ ਪੈਦਾ ਹੋ ਜਾਂਦੇ ਨੇ। ਮਨ ਕੁਝ ਦਾ ਕੁਝ ਸੋਚੀ ਜਾਂਦਾ, ਬਾਣੀ ਪੜ੍ਹਦੇ ਆ। ਇਸ ਕਰਕੇ ਇਹਨੂੰ ਗੁਰੂ ਦੀ ਮਰਿਆਦਾ ਦੇ ਭੈ ਵਿੱਚ ਰੱਖਣਾ। ਮਨ ਕੁਝ ਵੀ ਕਹੇ, ਕਿਉਂਕਿ ਸਾਡਾ ਮਨ ਹੀ ਕਹਿੰਦਾ ਕੀ ਲੋੜ ਹੈ ਬਾਣਾ ਪਾਣ ਦੀ, ਕੀ ਲੋੜ ਹੈ ਅੰਮ੍ਰਿਤ ਛਕਣ ਦੀ, ਕੀ ਲੋੜ ਹੈ ਕੇਸ ਰੱਖਣ ਦੀ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰ ਕਾ ਪੈਖਰ ਤੋਂ ਛੁਟੈ ਜੋ ਉੱਪਰ ਲਾਦਾ। ਇਹਦੇ ਉੱਪਰ ਭਾਰ ਕਿਹੜਾ ਪਾਣਾ? ਨਿਤਨੇਮ ਦਾ ਭਾਰ ਪਾ ਕੇ ਰੱਖਣਾ ਹੈ। ਜਿਹੜਾ ਨਿਤ ਦਾ ਨੇਮ ਸਾਨੂੰ ਦਿੱਤਾ ਹੈ, ਨਿਤ ਮੈਨੇ ਰੋਜ਼, ਹਰ ਰੋਜ਼, ਡੇਲੀ, ਹਰ ਰੋਜ਼ ਨੇਮ ਕਰਨਾ ਹੈ। ਬਾਣੀ ਪੜ੍ਹਨੀ ਹੈ, 5 ਬਾਣੀਆਂ ਦਾ ਅੰਮ੍ਰਿਤ ਵੇਲੇ ਕਮ ਸੇ ਕਮ ਇਹ ਜਾਪ, ਸੰਧਿਆ ਵੇਲੇ ਰਹਿਰਾਸ ਸਾਹਿਬ, ਸੋਲ੍ਹਾ ਸਾਹਿਬ ਦਾ ਪਾਠ। ਜੇ ਆਪਾਂ ਇਹਦੇ ਵਿੱਚੋਂ ਕੁਝ ਵੀ ਅਵੱਗਿਆ ਕਰਦੇ ਹਾਂ ਤਾਂ ਇਹ ਮਨ ਸਾਨੂੰ ਖਰਾਬ ਕਰੇਗਾ। ਫਿਰ ਕੀ ਹੋਵੇਗਾ? ਦੁੱਖ ਪੈਦਾ ਹੋਣਗੇ, ਕਲੇਸ਼ ਪੈਦਾ ਹੋਣਗੇ, ਕਿਉਂਕਿ ਮਨ ਵਿਗੜ ਜਾਵੇਗਾ, ਵਿਕਾਰੀ ਹੋ ਜਾਵੇਗਾ। ਅਤੇ ਫਿਰ ਉੱਥੋਂ ਹੀ ਸਾਰੇ ਕਲੇਸ਼ ਇੱਥੋਂ ਹੀ ਪੈਦਾ ਹੁੰਦੇ ਨੇ, ਮਨ ਦੀ ਗਤੀ ਤੋਂ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਹੇ ਮਨ, ਸਤ ਵਿਵਹਾਰ ਕਰ, ਸੱਚ ਵਾਲਾ ਵਿਹਾਰ ਕਰ। ਪਰ ਇਹ ਮਨ ਬਾਹਰੋਂ ਸਾਡਾ ਤਨ ਤਾਂ ਸੱਚ ਦਾ ਵਿਵਹਾਰ ਕਰਦਾ ਹੈ, ਪਰ ਜਿਹੜਾ ਮਨ ਹੈ ਇਹਦਾ ਵਿਵਹਾਰ ਬੜਾ ਗੰਦਾ ਹੈ। ਮਨ ਬਹੁਤ ਮਾੜਾ ਸੋਚੀ ਜਾਂਦਾ ਹੈ, ਮਾੜਾ ਦੇਖੀ ਜਾਂਦਾ ਹੈ, ਮਾੜਾ ਕਰੀ ਜਾਂਦਾ ਹੈ। ਤਾਂ ਹੀ ਤੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਹੇ ਜੀਵ, ਜੇ ਤੂੰ ਸੁੱਖ ਲੈਣਾ ਹੈ, ਆਨੰਦ ਲੈਣਾ ਹੈ, ਤਾਂ ਤੈਨੂੰ ਗੁਰੂ ਦੀ ਦਿੱਤੀ ਹੋਈ ਮੱਤ ਦੇ ਵਿੱਚ ਆਉਣਾ ਪਵੇਗਾ, ਗੁਰੂ ਦੀ ਮੱਤ ਦਾ ਧਾਰਨੀ ਹੋਣਾ ਪਵੇਗਾ। ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਰਸਨਾ ਦੇ ਨਾਲ ਵਾਹਿਗੁਰੂ ਦੇ ਨਾਮ ਰਸ ਨੂੰ ਪੀਣਾ ਹੈ। ਜਦੋਂ ਕੋਈ ਵਾਹਿਗੁਰੂ ਦੇ ਨਾਮ ਨੂੰ ਜਪੇਗਾ, ਉਹਦਾ ਅੰਦਰ ਆਤਮਾ ਸੁਖੀ ਹੋ ਜਾਵੇਗਾ। ਅਤੇ ਜਦੋਂ ਅੰਦਰ ਆਤਮਾ ਸੁਖੀ ਹੈ, ਸਾਡਾ ਸਰੀਰਕ ਜੀਵਨ, ਪਰਿਵਾਰਕ ਜੀਵਨ, ਸਮਾਜਿਕ ਜੀਵਨ ਵੀ ਸੁਖੀ ਹੈ। ਜਦੋਂ ਮਨੁੱਖ ਕਲਹ ਨਾਲ ਭਰਿਆ ਹੋਇਆ, ਕਲੇਸ਼ ਨਾਲ ਭਰਿਆ ਹੋਇਆ ਹੈ, ਉਹ ਜਿੱਥੇ ਵੀ ਜਾਵੇਗਾ ਉੱਥੇ ਹੀ ਉਸ ਚੀਜ਼ ਨੂੰ ਪ੍ਰਸਾਰ ਦੇਵੇਗਾ। ਕਿ ਜਿਸ ਤਰ੍ਹਾਂ ਦਾ ਵੀ ਮਨੁੱਖ ਹੁੰਦਾ ਹੈ, ਉਹ ਜਿੱਥੇ ਵੀ ਜਾਂਦਾ ਹੈ ਨਾ, ਉਸ ਤਰ੍ਹਾਂ ਦਾ ਉਹ ਚੀਜ਼ ਉੱਥੇ ਮਾਹੌਲ ਬਣਾ ਦਿੰਦਾ ਹੈ। ਜਿਵੇਂ ਤੁਹਾਡੇ ਘਰ ਦੇ ਵਿੱਚ ਇੱਕ ਗੁਰਮੁਖ ਆਇਆ ਅਤੇ ਸ਼ਾਮ ਦਾ ਸਮਾਂ ਹੋ ਗਿਆ, ਉਹ ਚੌਂਕੜਾ ਮਾਰ ਕੇ ਬੈਠ ਗਿਆ ਰਹਿਰਾਸ ਸਾਹਿਬ ਦਾ ਪਾਠ ਕਰਨ। ਤੁਹਾਡੇ ਘਰ ਦੇ ਵਿੱਚ ਸਾਰਾ ਧਾਰਮਿਕ ਮਾਹੌਲ ਬਣ ਗਿਆ। ਪਰ ਇੱਕ ਦਿਨ ਐਸਾ ਆ ਗਿਆ ਜਿਹੜਾ ਸੀ ਸ਼ਰਾਬੀ ਕਬਾਬੀ, ਉਹ ਕਹਿੰਦਾ ਵੀ ਮੈਨੂੰ ਤਾਂ ਇਹ ਕੁਝ ਚਾਹੀਦਾ ਹੈ, ਅਤੇ ਸਾਰੇ ਘਰ ਦਾ ਮਾਹੌਲ ਵਿਗੜ ਗਿਆ ਨਾ। ਸਾਰਿਆਂ ਦੇ ਮਨ ਵਿੱਚ ਹੋਰ ਤਰ੍ਹਾਂ ਦੀਆਂ ਗੱਲਾਂ, ਹੋਰ ਤਰ੍ਹਾਂ ਦਾ ਜਿਹੜਾ ਖਿਆਲਾਤ ਉਹ ਚੱਲ ਪਏ। ਜਦੋਂ ਗੁਰਮੁਖ ਆਇਆ, ਉਹਨੇ ਦੇਖੋ ਸਾਰੇ ਘਰ ਦੇ ਮਾਹੌਲ ਨੂੰ ਚੇਂਜ ਕਰ ਦਿੱਤਾ। ਚੇਂਜ ਮਨਮੁਖ ਨੇ ਵੀ ਕੀਤਾ, ਪਰ ਉਹਨੇ ਸਾਰੇ ਘਰ ਦਾ ਮਾਹੌਲ ਵਿਗਾੜ ਦਿੱਤਾ ਹੈ। ਭਾਵ ਕਿ ਜਿਸ ਤਰ੍ਹਾਂ ਦਾ ਵੀ ਮਨੁੱਖ ਹੋਵੇਗਾ, ਉਹ ਜਿੱਥੇ ਜਾਵੇਗਾ ਉਸ ਤਰ੍ਹਾਂ ਦੀ ਉਹ ਜਿਹੜੀ ਵਾਈਬ੍ਰੇਸ਼ਨ ਨੂੰ ਛੱਡਦਾ ਹੈ, ਉਸ ਤਰ੍ਹਾਂ ਦੀ ਵਾਈਬ੍ਰੇਸ਼ਨ ਨੂੰ ਉਹ ਛੱਡਦਾ ਹੈ, ਅਤੇ ਉਹ ਚੀਜ਼ ਦਾ ਫਿਰ ਉੱਥੇ ਮਾਹੌਲ ਉਸ ਤਰ੍ਹਾਂ ਦਾ ਬਣ ਜਾਂਦਾ ਹੈ। ਜਦੋਂ ਸਾਡਾ ਮਨ ਗੁਰਬਾਣੀ ਦੇ ਨਾਲ ਜੁੜੇਗਾ, ਗੁਰੂ ਦੀ ਮੱਤ ਦੇ ਨਾਲ ਜੁੜੇਗਾ, ਤਾਂ ਫਿਰ ਸਾਡੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਵੇਗਾ, ਗੁਰੂ ਦੀ ਬਾਣੀ ਦਾ ਜਿਹੜਾ ਹੈ ਉਹ ਨੂਰ ਪ੍ਰਗਟ ਹੋਵੇਗਾ, ਅਤੇ ਜਿਸ ਤੋਂ ਮਨੁੱਖ ਨੂੰ ਸਾਰਾ ਸੁੱਖ ਆਨੰਦ ਪ੍ਰਾਪਤ ਹੁੰਦਾ ਹੈ। ਇਸ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰੂ ਦੀ ਮੱਤ ਦਾ ਧਾਰਨੀ ਹੋ। ਸਾਰਾ ਸੰਸਾਰ ਵਾਹਿਗੁਰੂ ਦੀ ਬਣਾਈ ਹੋਈ ਮਰਿਆਦਾ ਵਿੱਚ ਚੱਲ ਰਿਹਾ ਹੈ, ਅਤੇ ਜਦੋਂ ਤੱਕ ਆਪਾਂ ਮਰਿਆਦਾ ਵਿੱਚ ਨਹੀਂ ਆਵਾਂਗੇ, ਸਾਧ ਸੰਗਤ
ਉਦੋਂ ਤੱਕ ਸਾਨੂੰ ਸੁੱਖ ਦੀ ਪ੍ਰਾਪਤੀ ਨਹੀਂ। ਸੁੱਖ ਤਾਂ ਹਰ ਕੋਈ ਚਾਹੁੰਦਾ ਹੈ, ਆਨੰਦ ਤਾਂ ਹਰ ਕੋਈ ਚਾਹੁੰਦਾ ਹੈ, ਪਰ ਮਰਿਆਦਾ ਨੂੰ ਮੰਨਣ ਨੂੰ ਤਿਆਰ ਨਹੀਂ ਆ। ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰੂ ਐਸਾ ਸਾਗਰ ਹੈ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਗੁਰੂ ਸਾਗਰ ਹੈ ਸੁੱਖਾਂ ਦਾ, ਪਰ ਪ੍ਰਾਪਤ ਕਰਨ ਦੀ ਮਰਿਆਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਵਿੱਚ ਉਹਨਾਂ ਨੇ ਲਿਖਿਆ ਹੈ, ਕਹਿੰਦੇ ਗੁਰਬਾਣੀ ਵਿੱਚ ਸਾਰਾ ਕੁਝ ਹੈ, ਪਰ ਉਹ ਪ੍ਰਾਪਤ ਕਿਵੇਂ ਹੋਵੇਗਾ? ਮਰਿਆਦਾ ਨਾਲ, ਜੁਗਤੀ ਨਾਲ, ਤਕਨੀਕ ਦੇ ਨਾਲ। ਉਹ ਤਕਨੀਕ ਭਾਈ ਗੁਰਦਾਸ ਜੀ ਬੜੇ ਸੋਹਣੇ ਬਚਨ ਲਿਖੇ ਆਪਣੀ ਬਾਣੀ ਦੇ ਵਿੱਚ। ਕਹਿੰਦੇ ਜਿਵੇਂ ਦੇਖੋ ਸਮੁੰਦਰ ਦੇ ਵਿੱਚ ਬੜੇ ਕੀਮਤੀ ਮੋਤੀ ਛੁਪੇ ਹੋਏ ਹਨ, ਪਰ ਸਾਧ ਸੰਗਤ ਸਮੁੰਦਰ ਵਿੱਚੋਂ ਮੋਤੀ ਹਰ ਕੋਈ ਨਹੀਂ ਲੱਭ ਕੇ ਲਿਆਉਂਦਾ। ਸਮੁੰਦਰ ਵਿੱਚੋਂ ਹਰ ਇੱਕ ਨੂੰ ਮੋਤੀ ਪ੍ਰਾਪਤ ਨਹੀਂ ਹੁੰਦੇ। ਜੈਸੇ ਤੋ ਸਕਲ ਨਿੰਦ ਪੂਰਨ ਸਮੁੰਦਰ ਵੇਖਿਆ, ਹੰਸ ਮਰ ਜੀਵਾ ਨੇਚੈ ਪ੍ਰਸਾਦ ਪਾਵਈ। ਸਮੁੰਦਰ ਦੇ ਵਿੱਚ ਬੜੇ ਕੀਮਤੀ ਮੋਤੀ ਖਜ਼ਾਨੇ ਛੁਪੇ ਹਨ। ਹੰਸ ਮਰਜੀਵੜਾ ਕੋਈ ਜਾਂਦਾ ਹੈ ਸਮੁੰਦਰ ਦੇ ਵਿੱਚੋਂ, ਗਹਿਰਾਈ ਦੇ ਵਿੱਚੋਂ ਕੀਮਤੀ ਮੋਤੀ ਖਜ਼ਾਨੇ ਦੌਲਤਾਂ ਲੱਭ ਕੇ ਲਿਆਉਂਦਾ ਹੈ। ਬੜੀ ਦੁਨੀਆ ਸਮੁੰਦਰ ਦੇ ਕਿਨਾਰੇ ਜਾਂਦੀ ਹੈ, ਪਤਾ ਨਹੀਂ ਕਿੰਨੀ ਕੁ ਦੁਨੀਆ ਸਮੁੰਦਰ ਦੇ ਕਿਨਾਰੇ ਜਾਂਦੀ ਹੈ ਕਿ ਸਾਰਿਆਂ ਨੂੰ ਮੋਤੀ ਪ੍ਰਾਪਤ ਹੋ ਜਾਂਦੇ ਨੇ। ਕਈ ਸਮੁੰਦਰੀ ਜਹਾਜ਼ਾਂ ਰਾਹੀਂ ਸਮੁੰਦਰ ਵਿੱਚੋਂ ਲੰਘ ਕੇ ਜਾਂਦੇ ਨੇ, ਮੋਤੀ ਉਹਨਾਂ ਨੂੰ ਵੀ ਨਹੀਂ ਮਿਲਦੇ। ਕਈ ਹਵਾਈ ਜਹਾਜ਼ ਰਾਹੀਂ ਰੋਜ਼ ਹੀ ਲੋਕ, ਪਤਾ ਨਹੀਂ ਕਿੰਨੀ ਕੁ ਦੁਨੀਆ ਸਮੁੰਦਰ ਦੇ ਉੱਪਰ ਦੀ ਲੰਘਦੀ ਹੈ, ਮੋਤੀ ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੁੰਦੇ। ਕਿਸ ਨੂੰ ਪ੍ਰਾਪਤ ਹੁੰਦੇ ਨੇ? ਜਿਹੜਾ ਸਮੁੰਦਰ ਦੀ ਗਹਿਰਾਈ ਦੇ ਵਿੱਚ ਜਾਂਦਾ ਹੈ। ਦੂਸਰਾ ਪ੍ਰਮਾਣ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਪਰਬਤ ਵਿਖੇ ਹੀਰਾ ਮਾਨਕ ਪਾਰਸ ਸਿੱਧ, ਖਨਵਾਰਾ ਖਨ ਜਗ ਵਿਖੇ ਪ੍ਰਗਟਾਵਈ। ਜਿਵੇਂ ਪਹਾੜਾਂ ਦੇ ਵਿੱਚ ਪਾਰਸ ਸਾਧਕ ਜਿਹੜੇ ਰਤਨ ਛੁਪੇ ਹੋਏ ਨੇ, ਪਹਾੜਾਂ 'ਤੇ ਬੜੀ ਦੁਨੀਆ ਜਾਂਦੀ ਹੈ, ਪਰ ਸਾਰਿਆਂ ਨੂੰ ਉੱਥੋਂ ਕੀਮਤੀ ਰਤਨ ਨਹੀਂ ਮਿਲਦੇ। ਉਹਨੂੰ ਹੀ ਮਿਲਦੇ ਨੇ ਜਿਹੜਾ ਕਿਸੇ ਉਸਤਾਦ, ਕਿਸੇ ਜੋਹਰੀ ਦੇ ਕੋਲ ਬੈਠ ਕੇ ਉਹ ਕਲਾ ਸਿੱਖਦਾ ਹੈ, ਉਹਨੂੰ ਪਛਾਣ ਕਰਦਾ ਹੈ ਵੀ ਕਿਹੜਾ ਹੀਰਾ, ਕਿਹੜਾ ਮੂੰਗਾ, ਕਿਹੜਾ ਨੀਲਮ ਹੈ, ਅਤੇ ਫਿਰ ਉਹ ਪਹਾੜਾਂ ਵਿੱਚੋਂ ਜਾ ਕੇ ਖੋਜ ਕਰਦਾ ਹੈ। ਤੀਸਰਾ ਪ੍ਰਮਾਣ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਬਨ ਵਿਖੇ ਮਲਿਆਗਰ ਕਪੂਰ ਸੋਧਾ, ਸੋਧ ਕੈ ਸੁਭਾਸੀ ਸੁਭਾਸ ਵੈ ਸਾਵਈ। ਜਿਵੇਂ ਜੰਗਲਾਂ ਦੇ ਵਿੱਚ ਕੀਮਤੀ ਮਲਿਆਗਰ, ਚੰਦਨ, ਹੋਰ ਬੜੀਆਂ ਕੀਮਤੀ ਜੜੀਆਂ ਬੂਟੀਆਂ ਹਨ, ਪਰ ਉਹੀ ਮਨੁੱਖ ਉੱਥੋਂ ਲਾਭ ਲੈਂਦਾ ਹੈ, ਲੱਭ ਕੇ ਲਿਆਉਂਦਾ ਹੈ ਜਿਹਨੂੰ ਉਹਨਾਂ ਬੂਟੀਆਂ ਦੀ, ਚੰਦਨ ਆਦਿ ਦੀ ਪਛਾਣ ਹੈ। ਤੈਸੇ ਗੁਰਬਾਣੀ ਵਿਖੇ ਸਗਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵਈ। ਗੁਰਬਾਣੀ ਦੇ ਵਿੱਚ ਉਹ ਸਾਰਾ ਕੁਝ ਹੈ, ਪਰ ਉਹਨੂੰ ਖੋਜਣਾ ਪਵੇਗਾ, ਉਹਦੇ ਖੋਜਣ ਦੀ ਮਰਿਆਦਾ ਹੈ। ਸਮੁੰਦਰ ਦੇ ਕਿਨਾਰੇ ਬੜੀ ਦੁਨੀਆ ਗਈ, ਪਰ ਸਮੁੰਦਰ ਵਿੱਚੋਂ ਮੋਤੀ ਤਾਂ ਕੋਈ ਵਿਰਲਾ ਲੱਭ ਕੇ ਲਿਆਉਂਦਾ ਹੈ। ਮਾਫ ਕਰਨਾ ਸਾਧ ਸੰਗਤ, ਆਪਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਉਂਦੇ ਹਾਂ, ਸਾਡੀ ਹਾਲਤ ਵੀ ਉਹਨਾਂ ਲੋਕਾਂ ਵਰਗੀ ਹੈ ਜਿਹੜੇ ਸਮੁੰਦਰ ਨੂੰ ਬਾਹਰੋਂ ਵੇਖਦੇ ਨੇ। ਗਹਿਰਾਈ ਵਿੱਚ ਤੇ ਉਹ ਜਾਂਦਾ ਹੈ ਜਿਹੜਾ ਮਰਜੀਵੜਾ, ਜਿਹਨੂੰ ਪਤਾ ਹੁੰਦਾ ਕੋਈ ਪਤਾ ਨਹੀਂ ਵਾਪਸ ਮੁੜ ਕੇ ਆਉਣਾ ਕਿ ਨਹੀਂ ਆਉਣਾ, ਕਿਉਂਕਿ ਸਮੁੰਦਰ ਦੀ ਗਹਿਰਾਈ ਵਿੱਚ ਬੜਾ ਖਤਰਾ ਹੈ। ਪਰ ਉਹ ਜਾਂਦਾ ਹੈ ਅਤੇ ਕੀਮਤੀ ਰਤਨ, ਮੋਤੀ, ਹੀਰੇ ਜਿਹੜੇ ਨੇ ਲੱਭ ਕੇ ਲਿਆਉਂਦਾ ਹੈ। ਇਸੇ ਤਰ੍ਹਾਂ ਗੁਰਮੁਖੋ, ਜਦੋਂ ਤੱਕ ਆਪਾਂ ਸ਼ਬਦ ਦੀ ਗਹਿਰਾਈ ਵਿੱਚ ਨਹੀਂ ਜਾਵਾਂਗੇ, ਸ਼ਬਦ ਦਾ ਅਭਿਆਸ ਨਹੀਂ ਕਰਾਂਗੇ, ਸਾਨੂੰ ਉਹ ਦੌਲਤਾਂ ਪ੍ਰਾਪਤ ਨਹੀਂ ਹੋਣਗੀਆਂ। ਅਤੇ ਜਦੋਂ ਤੱਕ ਮਨੁੱਖ ਸ਼ਬਦ ਨਾਲ ਜੁੜਿਆ ਨਹੀਂ, ਫਿਰ ਇਹ ਡਰਦਾ ਹੈ। ਕਈ ਤਰ੍ਹਾਂ ਦਾ ਡਰ ਇਹਦੇ ਮਨ ਵਿੱਚ ਬਣਿਆ ਰਹਿੰਦਾ ਹੈ, ਅਤੇ ਡਰਿਆ ਹੋਇਆ ਮਨੁੱਖ ਜਿਹੜਾ ਹੈ ਨਾ, ਉਹ ਕਦੇ ਕਿਸੇ ਨੂੰ ਮੱਥਾ ਟੇਕਦਾ, ਕਦੇ ਕਿਸੇ ਦਾ ਸਹਾਰਾ ਲੈਂਦਾ, ਕਦੇ ਕਿਸੇ ਦਾ ਸਹਾਰਾ ਲੈਂਦਾ ਹੈ। ਜਿਵੇਂ ਮਨੁੱਖ ਕਮਜ਼ੋਰ ਹੋਵੇ ਨਾ ਸਰੀਰ ਕਰਕੇ, ਉਹਨੂੰ ਕਦੇ ਕੋਈ ਬਿਮਾਰੀ ਆ ਕੇ ਚਿੰਬੜ ਜਾਂਦੀ ਹੈ, ਕਦੇ ਕੋਈ ਰੋਗ ਲੱਗ ਗਿਆ, ਕਦੇ ਕੁਝ ਹੋ ਗਿਆ, ਕਦੇ ਕੁਝ ਹੋ ਗਿਆ।
पर जिहड़ा तंदुरुस्त है ਉਹਨੂੰ ना सर्दी दुखी करती है ना गर्मी दुखी करती है। ਉਹ हर एक मौसम ਦੇ ਵਿੱਚ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਇਸੇ ਤਰ੍ਹਾਂ ਜਦੋਂ ਸਾਡਾ ਮਨ ਕਮਜ਼ੋਰ ਹੋ ਗਿਆ, ਕਿਉਂਕਿ ਸਾਰੀ ਖੇਡ ਧਰਮ ਦੀ ਦੁਨੀਆ ਵਿੱਚ ਮਨ ਦੀ ਹੈ, ਤੇ ਮਨ ਕਮਜ਼ੋਰ ਕਦੋਂ ਹੁੰਦਾ? ਜਦੋਂ ਇਹ ਸ਼ਬਦ ਨਾਲੋਂ ਟੁੱਟ ਗਿਆ, ਬਾਣੀ ਨਾਲੋਂ ਟੁੱਟ ਗਿਆ। ਜਦੋਂ ਸਰੀਰ ਇਹਨੂੰ ਸਹੀ ਖਾਣ ਨੂੰ ਨਾ ਮਿਲਿਆ, ਸਹੀ ਖੁਰਾਕ ਨਾ ਮਿਲੇ, ਸਰੀਰ ਕਮਜ਼ੋਰ ਹੋਣ ਲੱਗ ਜਾਂਦਾ ਹੈ ਨਾ। ਮਨ ਨੂੰ ਸਹੀ ਖੁਰਾਕ ਨਾ ਮਿਲੇ ਤੇ ਮਨ ਵਿਕਾਰੀ ਹੋ ਜਾਂਦਾ ਹੈ। ਮਨ ਨੂੰ ਕਿਹੜੀ ਖੁਰਾਕ ਚਾਹੀਦੀ ਹੈ? ਮਨ ਨੂੰ ਚਾਹੀਦਾ ਹੈ ਵਾਹਿਗੁਰੂ ਦਾ ਨਾਮ, ਨਾਮ ਦਾ ਭੋਜਨ ਚਾਹੀਦਾ ਹੈ। ਸਰੀਰ ਨੂੰ ਚਾਹੀਦਾ ਹੈ ਪਦਾਰਥ, ਮਨ ਨੂੰ ਚਾਹੀਦਾ ਹੈ ਪਰਮਾਤਮਾ। ਸਰੀਰ ਨੂੰ ਪਦਾਰਥ ਸਹੀ ਮਾਤਰਾ ਵਿੱਚ ਮਿਲਦਾ ਰਹੇ, ਸਹੀ ਪਦਾਰਥ ਮਿਲਦਾ ਰਹੇ, ਸਰੀਰ ਠੀਕ ਰਹਿੰਦਾ ਹੈ। ਅੱਜ ਆਪਾਂ ਵੇਖਦੇ ਹਾਂ ਸਰੀਰ ਰੋਗੀ ਹੈ, ਉਹਦਾ ਕਾਰਨ ਕਿ ਪਦਾਰਥਾਂ ਵਿੱਚ ਮਿਲਾਵਟ ਬੜੀ ਹੋ ਗਈ। ਜਿਹੜੇ ਆਪਾਂ ਪਦਾਰਥ ਛਕਦੇ ਹਾਂ ਇਹਨਾਂ ਵਿੱਚ ਮਿਲਾਵਟ ਬਹੁਤ, ਜ਼ਹਿਰ ਬਹੁਤ ਪੈ ਗਿਆ ਹੈ, ਤੇ ਉਹ ਪਦਾਰਥ ਸਾਡੇ ਸਰੀਰ ਦੇ ਅੰਦਰ ਜਾਂਦਾ ਹੈ, ਸਾਡੇ ਸਰੀਰ ਨੂੰ ਰੋਗੀ ਕਰਦਾ ਹੈ। ਅੱਜ ਆਪਾਂ ਵੇਖਦੇ ਹਾਂ ਜੇ ਮਨੁੱਖ ਪਰਮਾਤਮਾ ਤੋਂ ਟੁੱਟਿਆ, ਨਾਸਤਕ ਹੋ ਰਿਹਾ, ਉਹਦਾ ਵੀ ਕਾਰਨ ਇਹਨੂੰ ਭਜਨ ਦੀ ਸਹੀ ਖੁਰਾਕ ਨਹੀਂ ਮਿਲੀ। ਬੜੇ ਡੰਬਧਾਰੀਆਂ ਨੇ ਡੇਰੇ ਖੋਲ੍ਹ ਲਏ, ਬੜਾ ਕੁਝ ਹੋ ਗਿਆ, ਤੇ ਐਸੇ ਵੀ ਆਪਾਂ ਵੇਖਦੇ ਹਾਂ ਲੋਕ ਦਾਅਵਾ ਕਰਦੇ ਨੇ ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਡੇ ਕਾਰੋਬਾਰ ਦੀ ਬੱਲੇ ਬੱਲੇ ਕਰਾ ਦੇਵਾਂਗੇ। ਜੇ ਇੰਨੇ ਜੋਗੇ ਹੋਣ ਤੇ ਉਹਨਾਂ ਨੂੰ ਫਿਰ ਇਹ ਕਰਨ ਦੀ ਕੀ ਲੋੜ ਹੈ? ਆਪਣੀ ਕੋਈ ਫੈਕਟਰੀ ਲਾ ਕੇ ਬਹਿ ਜਾਣ। ਉਹਨਾਂ ਨੂੰ ਕਿਸੇ ਗਾਹਕ ਨੂੰ, ਕਿਸੇ ਨੂੰ ਉਡੀਕਣ ਦੀ ਕੀ ਲੋੜ ਹੈ? ਜੇ ਕਿਸੇ ਦੀ ਬੱਲੇ ਬੱਲੇ ਕਰਾ ਸਕਦੇ ਨੇ ਤੇ ਆਪਣੀ ਵੀ ਤੇ ਕਰਾ ਸਕਦੇ ਨੇ। ਪਰ ਉਹ ਇਹ ਸਾਰਾ ਪਖੰਡ ਹੁੰਦਾ ਹੈ, ਪਰਪੰਚ ਹੁੰਦਾ ਹੈ। ਧਰਮ ਦੇ ਨਾਂ 'ਤੇ ਕੋਈ ਧਾਗੇ ਕਰਕੇ ਦਿੰਦਾ, ਕੋਈ ਤਵੀਤ ਕਰਕੇ ਦਿੰਦਾ, ਕੋਈ ਕੁਝ ਕਰਕੇ ਦਿੰਦਾ ਹੈ। ਜੇਕਰ ਇਹਨਾਂ ਚੀਜ਼ਾਂ ਨਾਲ ਹੀ ਕੁਝ ਹੁੰਦਾ ਤਾਂ ਹੁਣ ਸਾਡੇ ਮੁਲਕ ਵਿੱਚ ਸਭ ਤੋਂ ਜ਼ਿਆਦਾ ਇਹ ਚੀਜ਼ ਚੱਲਦੀ ਹੈ। ਔਰ ਕਈ ਭਵਿੱਖ ਵੀ ਬੜਾ ਦੱਸਦੇ ਨੇ, ਰੋਜ਼ ਹੀ ਦੱਸਦੇ ਨੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਪਾਕਿਸਤਾਨ ਨੇ ਹਮਲਾ ਕਦੋਂ ਕਰਨਾ ਹੈ। ਜੇਕਰ ਇੰਨੇ ਧਾਗੇ ਤਵੀਤਾਂ ਵਿੱਚ, ਮੰਤਰਾਂ ਵਿੱਚ ਸ਼ਕਤੀ ਹੈ ਤੇ ਫਿਰ ਕਿਉਂ ਨਹੀਂ ਮੰਤਰ ਪੜ੍ਹ ਕੇ ਵੀ ਜਿਸ ਪਾਸੇ ਤੋਂ ਸਾਡੇ ਮੁਲਕ ਦਾ ਨੁਕਸਾਨ ਹੁੰਦਾ ਉਹਨੂੰ ਰੋਕਿਆ ਜਾਵੇ। ਹੁਣੇ ਆਪ ਜੀ ਨੇ ਢਾਡੀ ਸਿੰਘਾਂ ਪਾਸੋਂ ਏਮਨਾਬਾਦ ਦਾ ਪ੍ਰਸੰਗ ਸੁਣਿਆ ਨਾ, ਤੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਸਮੇਂ ਏਮਨਾਬਾਦ ਦੀ ਧਰਤੀ 'ਤੇ ਗਏ, ਸੈਦਪੁਰ ਗਏ, ਉੱਥੇ ਵੀ ਜਿਹੜੇ ਕਾਜੀ ਮੁੱਲਾ ਪੰਡਤ ਸੀ ਨਾ, ਉਹਨਾਂ ਨੇ ਕਿਹਾ ਤੁਹਾਨੂੰ ਡਰਨ ਦੀ ਲੋੜ ਨਹੀਂ, ਬਾਬਰ ਨੂੰ ਚੜ੍ਹ ਕੇ ਤਾਂ ਆਉਣ ਦਿਓ, ਅਸੀਂ ਮੰਤਰ ਪੜਾਂਗੇ, ਫੂਕਾਂ ਮਾਰਾਂਗੇ, ਬਾਬਰ ਦੀਆਂ ਫੌਜਾਂ ਨੂੰ ਉਡਾ ਦੇਵਾਂਗੇ, ਤੁਹਾਨੂੰ ਡਰਨ ਦੀ ਲੋੜ ਨਹੀਂ। ਤੇ ਉਹ ਜਿਹੜੇ ਮੁਗਲ ਪਠਾਨ ਸਨ, ਜਿਹੜੇ ਉਹਨਾਂ ਨੇ ਹਥਿਆਰ ਚਲਾਣੇ ਛੱਡ ਤੇ ਜ਼ੁਲਮ ਕਰਨ ਲੱਗ ਪਏ, ਧਰਮ ਤੋਂ ਗਰਾਏਮਾਨ ਹੋ ਗਏ। ਤੇ ਜਦੋਂ ਬਾਬਰ ਚੜ੍ਹ ਕੇ ਆਇਆ ਨਾ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਨੇ ਬਾਣੀ ਦੇ ਵਿੱਚ, ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਕੋਈ ਮੁਗਲ ਨਾ ਹੋਆ, ਅੰਧਾ ਕਿਨੇ ਨਾ ਪਰਚਾ ਲਾਇਆ। ਤਾਂ ਉਹ ਜਿਹੜੇ ਪਠਾਣਾਂ ਨੇ ਕਾਜ਼ੀਆਂ ਨੂੰ ਸੱਦ ਲਿਆ, ਪੰਡਤਾਂ ਨੂੰ ਸੱਦ ਲਿਆ ਵੀ ਤੁਸੀਂ ਕਹਿੰਦੇ ਸੀ ਅਸੀਂ ਮੰਤਰ ਪੜ੍ਹਾਂਗੇ, ਬਾਬਰ ਦੇ ਸਿਪਾਹੀ ਅੰਨੇ ਹੋ ਜਾਣਗੇ, ਉਹਨਾਂ ਦੀਆਂ ਅੱਖਾਂ ਵਿੱਚ ਘੱਟਾ ਪੈ ਜਾਏਗਾ, ਉਹਨਾਂ ਨੂੰ ਬੰਨ੍ਹ ਦਿਆਂਗੇ, ਆਓ ਹੁਣ ਪੜ੍ਹੋ ਮੰਤਰ, ਕਰੋ ਹਵਨ। ਮੌਲਵੀਆਂ ਨੂੰ ਆਖਿਆ ਤੁਸੀਂ ਆਪਣੇ ਧਾਗੇ ਤਵੀਤ ਚਲਾਓ ਤਾਂ ਜੋ ਉਹਨਾਂ ਫੌਜਾਂ ਤੋਂ ਸਾਡਾ ਨੁਕਸਾਨ ਨਾ ਹੋਵੇ। ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਜਦੋਂ ਮੀਰ ਬਾਬਰ ਆਇਆ, ਕੋਈ ਮੁਗਲ ਨਾ ਹੋਆ, ਅੰਧਾ ਕਿਨੇ ਨਾ ਪਰਚਾ ਲਾਇਆ। ਬੜੇ ਉਹਨਾਂ ਨੇ ਮੰਤਰ ਪੜ੍ਹੇ ਸੀ, ਐਸਾ ਨਹੀਂ ਪੜ੍ਹੇ ਹਨ, ਪੜ੍ਹੇ, ਪਰ ਕੋਈ ਵੀ ਬਾਬਰ ਦਾ ਸਿਪਾਹੀ ਅੰਨਾ ਨਹੀਂ ਹੋਇਆ। ਤੇ ਏਮਨਾਬਾਦ ਦੇ ਵਿੱਚ ਮਨੁੱਖਤਾ ਦਾ ਉਹ ਕਤਲੇ ਆਮ ਹੋਇਆ ਜੋ ਬਿਆਨ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਬਾਣੀ ਵਿੱਚ ਲਿਖਿਆ ਕਿ ਰਤਨਾਂ ਵਰਗੇ ਬੰਦੇ ਜਿਹੜੇ ਸਨ, ਸਰੀਰ ਕੀਮਤੀ, ਉਹਨਾਂ ਨੂੰ ਬਾਬਰ ਦੇ ਸਿਪਾਹੀਆਂ ਨੇ ਹਲਕੇ ਕੁੱਤਿਆਂ ਦੀ ਤਰ੍ਹਾਂ ਚੀਰ ਦਿੱਤਾ, ਪਾੜ ਦਿੱਤਾ।
कोई धागा, कोई तवीत, कोई मंत्र, कोई जंतर काम नहीं किया। अज भी आपां वेखदे हां लोग बड़े दावा करते ने। हुण आपां ये पिछली 28 तरीक नूं धन धन श्री गुरु ग्रंथ साहिब महाराज जी का पहला प्रकाश गुरपुरब मनाया ना। सतगुरु गुरु गोबिंद सिंह महाराज कहते मेरा खालसा जागत जोत जपै निसबासर, एक बिना मन नैक नानै, पूर्ण प्रेम प्रतीत सजै, ब्रत गोर मड़ी मठ भूल ना मानै। मेरा खालसा इन्हां चीज़ां ते कदे विश्वास नहीं करेगा, कदे भी नहीं मन्नेगा इन्हां नूं। साडे पीर साडे शस्त्र ने ते शब्द नाल जुड़ के रहना, क्योंकि शस्त्र उही चला सकता है जिहदा मन बलवान है। शरीर दे बलवान होने की वड्डी गल नहीं, जिहदा मन बलवान है। मन किवें बलवान होएगा? शब्द नाल, बाणी दे नाल। जदों आपां अंमृत वेले उठ के रोज़ नाम जपांगे ना, साडा मन पावर विच आ जावेगा, कोई भी वकार इहदे ते हावी नहीं होवेगा। ते जे मन बाणी नालों टुटिया कमज़ोर हो जावेगा, ਇਹਦੇ ਤੇ पंजे वकार अपना कब्जा कर लेंदे ने। फिर कमज़ोर बंदे दे घर नूं दुनिया दब लैंदी है, कमज़ोर बंदे दी कोई भी वस्तु है उन्होंने दुनिया खो लैंदी है। पर जिहड़ा बलवान है ना, उहदे अगे दुनिया झुकदी है। इस तरह जदों साडा मन बलवान रहेगा, शब्द नाल बाणी नाल जुड़ के, कोई भी विकार इहदे ते हावी नहीं हो सकेगा। पर जे मन शब्द नालों टुट गया, पंजे वकार इहदे ते हावी हो जाणगे। सतगुरु गुरु अर्जन देव जी महाराज बख्शिश करते ने, जग्यासू दा मन बड़ा कमज़ोर हो गया, डावाडोल हो गया, पर उहनूं सोझी सी। ते उहने आखिया भी मैं किवें इन्हां वकारां तो बचां। हर एक बंदा बीमारी तो बचना चाहुंदा है ना, ते गुरमुख आखदा मैं इन्हां वकारां तो किवें बचां। सतगुरु पातशाह जी ने वो बाणी दे विच बयान कीता है। अकाल पुरख वाहिगुरू दे अगे अरदास कीती। अरदास तां ही महाराज ने सानू कहा सिखा तो हर समय अरदास करनी है। कोई भी कारज करना ना तां वाहिगुरू दे चरनां विच अरदास करनी, गुरु दे चरनां विच अरदास करनी, सवेरे शाम अरदास करनी है। दो टाइम की अरदास आपां नूं खास तौर पर हुक्म है। एक सवेरे नितनेम की अरदास ते रात नूं भी आपां अरदास करनी है, सच्चे पातशाह तुसीं किरपा करनी। उत्थे महाराज गुरु अर्जन देव जी ने बचन कीते ने। गौड़ी राग दे विच शब्द आउंदा है, राख पिता प्रभ मेरे, मोए निर्गुण सब गुण तेरे, पंच बिखादी एक गरीबा राखो राखण हारे। महाराज मैं कल्ला हाँ ते पंज वकार बड़े झगड़ा करन वाले, बड़ा बखेड़ा करन वाले ने। पंच बखादी एक गरीबा राखो राखण हारे, खेद करें अर बहुत संतावें आयो शरण तुहारे। ये पंजे मैनू बड़े दुखी करते ने। पंज वकार मेरे हिरदे रूपी घर विच कलेश पा के रखते ने। मेरे ते किरपा करो, मैं गरीब सच टेक तू मेरे सतगुर पूरे। मैं गरीब की रखिया करो। तां सतगुरु पातशाह अगे बचन करते ने, कर किरपा संत मिले, मोहे तिन ते धीरज पाया। जदों आपां अरदास रोज़ करांगे ना भगती दी, दात मंगांगे गुरु कोलों, नितनेम की दात मंगांगे, गुरु विधि बना दिंदा है। तुसी गुरु कोलों कुछ भी मंगो, जदों अपने अंदरों मंग वार वार चलेगी, गुरु पूरी कर दिंदा है। ते जदों ये मंग कीती सच्चे पातशाह किरपा करो, तां सतगुरु ने विधि बना दी थी, कर किरपा संत मिले, मोहे तिन ते धीरज पाया। संत मिल गए, नाम जपण वाले गुरमुख, बाणी पढ़न वाले, चढ़दी कला वाले गुरमुख मिल गए। उन्होंने धीरे देती, डोल ना। जिवें अपने कोल कोई आ जावे, आपां कहंदे कोई गल नहीं भाई घबरा ना, हुण तेरा असीं साथ देवांगे। कर किरपा संत मिले, मोए तिन ते धीरज पाया। संती मंत दियो, मोए निरपो गुर का शब्द कमाया। संतां ने मंत्र दे दिता, सलाह दे दी भी तैनूं डरन की लोड़ नहीं। जिवें
ਕਿਸੇ ਗਰੀਬ ਨੂੰ 5-7 ਆਂਢੀ ਗੁਆਂਢੀ ਤੰਗ ਕਰਦੇ ਹੋਣ, ਉਹ ਕਿਸੇ ਤਗੜੇ ਬੰਦੇ ਦੀ ਸ਼ਰਨ ਵਿੱਚ ਚਲਾ ਜਾਵੇ ਤੇ ਉਹ ਕਹਿੰਦਾ ਵੀ ਡਰ ਨਾ, ਮੈਂ ਤੈਨੂੰ ਕਾਨੂੰਨ ਦੱਸ ਦੇਣਾ, ਤੂੰ ਫਲਾਣਾ ਵਕੀਲ ਕਰ ਲੈ, ਕਾਨੂੰਨ ਨਾਲ ਚੱਲ। ਇਹ ਕਿ ਭਾਵੇਂ ਜਿੰਨੇ ਮਰਜ਼ੀ ਲੋਕ ਆ ਜਾਣ, ਜੇ ਤੂੰ ਕਾਨੂੰਨ ਨਾਲ ਚੱਲੇਗਾ ਇਹ ਤੇਰਾ ਕੁਝ ਨਹੀਂ ਵਿਗਾੜ ਸਕਦੇ। ਕਾਨੂੰਨ ਦਾ ਬਹੁਤ ਵੱਡਾ ਕੁੰਡਾ ਹੈ। ਵੱਡੇ ਵੱਡੇ ਆਪਾਂ ਵੇਖਦੇ ਹਾਂ ਮੰਤਰੀਆਂ ਨੂੰ ਚੁੱਕ ਕੇ ਅੰਦਰ ਕਰ ਦਿੱਤਾ ਨਾ, ਕਾਨੂੰਨ ਹੈ। ਇੱਕ ਆਮ ਮਨੁੱਖ ਨੇ ਉੱਠ ਕੇ ਅਪੀਲ ਕੀਤੀ, ਦਰਖਾਸਤ ਪਾਈ ਤੇ ਕਈ ਵਾਰ ਵੱਡੇ ਵੱਡੇ ਅਫਸਰਾਂ ਨੂੰ ਵੀ ਚੁੱਕ ਕੇ ਅੰਦਰ ਕਰਤਾ, ਕਿਉਂਕਿ ਉਹਦੇ ਕੋਲ ਸਬੂਤ ਸੀ। ਉਹ ਕਾਨੂੰਨ ਦੇ ਨਾਲ ਚੱਲਿਆ ਤੇ ਕਾਨੂੰਨ ਨੇ ਫਿਰ ਆਪਣਾ ਜਦੋਂ ਕੰਮ ਕੀਤਾ, ਜਿਹੜੇ ਅਫਸਰ ਜਾਂ ਮੰਤਰੀ ਬੜੇ ਦਗਮਜੇ ਮਾਰਦੇ ਸੀ, ਬੜੇ ਦਾਅਵੇ ਕਰਦੇ ਸੀ, ਉਹਨਾਂ ਨੂੰ ਵੀ ਜੇਲ੍ਹ ਵਿੱਚ ਜਾਣਾ ਪੈ ਗਿਆ। ਕਾਨੂੰਨ ਮਰਿਆਦਾ ਤਾਂ ਇਸੇ ਤਰ੍ਹਾਂ ਸੰਤਾਂ ਨੇ ਤੈਨੂੰ, ਜਿਹੜੇ ਰੱਬ ਦੇ ਪਿਆਰੇ, ਉਹਨਾਂ ਨੇ ਸਲਾਹ ਦਿੱਤੀ। ਉਹ ਕਹਿੰਦੇ ਵੀ ਡਰ ਨਾ, ਤੂੰ ਇੱਦਾਂ ਕਰ, ਮੂਲ ਮੰਤਰ ਦਾ ਜਾਪ ਕਰ, ਬਾਣੀ ਪੜ੍ਹ, ਸੇਵਾ ਕਰ